ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਮੰਤਰੀ ਦੇ ਅਹੁਦੇ ਤੇ ਰਹਿੰਦੇ ਹੋਏ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦਾ ਅਰਾਗ ਅਲਾਪਣ ਵਾਲੀ ਹਰਸਿਮਰਤ ਕੌਰ ਬਾਦਲ ਕਿਸਾਨ ਵਿਰੋਧ ਦੇ ਦਬਾਅ ਹੇਠਾਂ ਆਉਣ ਤੋਂ ਬਾਅਦ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇਣ ਮਗਰੋਂ ਇਹਨਾਂ ਕਾਨੂੰਨਾਂ ਵਿੱਚ ਪੰਜਾਬ ਸਰਕਾਰ ਨੂੰ ਭਾਗੀਦਾਰ ਹੋਣ ਦੀ ਗੱਲ ਕਹਿ ਰਹੀ ਏ। ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਕਿਸਾਨਾਂ ਦੀ ਹਮਾਇਤੀ ਹੋਣ ਦਾ ਦਾਅਵਾ ਕਰ ਇਹਨਾਂ ਕਾਨੂੰਨਾਂ ਦੀ ਹਮਾਇਤ ਦਾ ਸਾਰਾ ਠੀਕਰਾ ਕੈਪਟਨ ਸਰਕਾਰ ਸਿਰ ਭੰਨਦੀ ਨਜ਼ਰ ਆਈ। ਸ਼ੁੱਕਰਵਾਰ ਸ਼ਾਮ ਨੂੰ ਬਠਿੰਡਾ ਪੁੱਜੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ, ਜਿੱਥੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਸ਼ਹਿਰ ਵਿੱਚ ਆਗੂ ਅੰਜਨਾ ਰਾਣੀ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਆਖੀ, ਉੱਥੇ ਹੀ ਖੇਤੀ ਕਾਨੂੰਨਾਂ ਦੀ ਕੈਪਟਨ ਸਰਕਾਰ ਵੱਲੋਂ ਹਮਾਇਤ ਕਰਨ ਦਾ ਦੋਸ਼ ਲਾ ਅਕਾਲੀ ਦਲ ਨੂੰ ਕਿਸਾਨਾਂ ਦੀ ਹਤੈਸ਼ੀ ਹੋਣ ਦਾ ਦਿਖਾਵਾ ਕਰਦੀ ਨਜ਼ਰ ਆਈ। देखो, बड़ी अफसोस की गल हैगी कि पिछले कई महीनों तो हुण पंजाब के हालात लगातार जिस तरह बिगड़ते जा रहे हैं, जिहड़े खेती कानून करके आ सारा पंजाब च जिहड़े हालात होए ने, ये कहानी कोई जून के महीने च जब ऑर्डीनेंस पास होए उस समय नहीं, लेकिन शुरू हुई सी पिछले साल मई 2019 च जब इस सरकार की सलाह मंगी गई सी कि इहो जे कानून बन रहे हैं ਤੇ ਸਾਰੇ ਮੁੱਖ ਮੰਤਰੀਆਂ ਨੂੰ ਬੁਲਾਇਆ ਗਿਆ ਸੀ, ਜਿਹਦੇ ਵਿੱਚ ਕੈਪਟਨ ਸਾਹਿਬ ਵੀ ਸ਼ਾਮਿਲ ਹੋਏ ਸੀ। ਅਗਲੀ ਮੀਟਿੰਗ 'ਚ ਵਿੱਤ ਮੰਤਰੀ ਸਾਹਿਬ ਨੀਤੀ ਆਯੋਗ ਦੀ ਮੀਟਿੰਗ ਵਾਸਤੇ ਮੁੰਬਈ ਗਏ ਸੀਗੇ ਤੇ ਲਗਾਤਾਰ ਉਹਨਾਂ ਦੇ ਅਫਸਰ ਜਾਂਦੇ ਰਹੇ, ਲੇਕਿਨ ਜਿਸ ਚੀਜ਼ ਦੀ ਪੈਰਵਾਈ ਤੇ ਦੇਖ ਰੇਖ ਉਹਨਾਂ ਨੇ ਜਿਸ ਚੀਜ਼ ਨੂੰ ਨਿਕਾਰਨਾ ਸੀ ਪਿਛਲੇ ਸਾਲ 2019 'ਚ, ਉੱਥੇ ਤਾਂ ਸਹਿਮਤੀ ਦੇ ਕੇ ਆ ਗਏ। ਜਿਹੜੇ ਕਾਨੂੰਨ ਉਹਨਾਂ ਨੇ ਆਪ ਸੂਬੇ ਵਿੱਚ ਲਾਗੂ ਕੀਤੇ ਹੋਏ ਸੀ, ਕਾਂਗਰਸ ਸਰਕਾਰ ਦੇ ਮੈਨੀਫੈਸਟੋ ਦਾ ਹਿੱਸਾ ਸੀ, ਉੱਥੇ ਸਹਿਮਤੀ ਦੇ ਕੇ ਜਦ ਕੇਂਦਰ ਦੀ ਸਰਕਾਰ ਨੇ ਉਹ ਕਾਨੂੰਨ ਲਾਗੂ ਕੀਤੇ ਤੇ ਲੋਕਾਂ ਵਿੱਚ ਰੋਸ ਪਾਇਆ ਗਿਆ, ਉਸ ਟਾਈਮ ਵੀ ਇਸ ਕਾਂਗਰਸ ਸਰਕਾਰ ਨੇ, ਕੈਪਟਨ ਸਾਹਿਬ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਦਿੱਲੀ ਜਾ ਕੇ ਇਹਨਾਂ ਕਾਨੂੰਨਾਂ ਨੂੰ ਪਾਰਲੀਮੈਂਟ ਵਿੱਚ ਆਉਣ ਤੋਂ ਪਹਿਲਾਂ ਆਰਡੀਨੈਂਸ ਨੂੰ ਰੋਕਿਆ ਜਾਏ। ਬਲਕਿ ਮੈਂ ਆਹ ਕਹਿ ਸਕਦੀ ਹਾਂ ਕਿ ਜਦ ਮੈਨੂੰ 2020 ਦੇ ਮਈ ਦੇ ਮਹੀਨੇ 'ਚ ਤੀਜੇ ਹਫਤੇ 'ਚ ਜਦ ਮੇਰੇ ਕੋਲ ਫਾਈਲ ਆਈ ਐਗਰੀਕਲਚਰ ਮਿਨਿਸਟਰੀ ਦੀ, ਜਿਹਦੇ ਵਿੱਚ ਮੈਂ ਆਪਣਾ ਰੋਸ ਵੀ ਜਤਾਇਆ ਤੇ ਲਗਾਤਾਰ ਆਪਣੀ ਸਰਕਾਰ ਨੂੰ ਕਿਹਾ ਕਿ ਕੋਈ ਇਹੋ ਜਿਹਾ ਆਰਡੀਨੈਂਸ ਜਾਂ ਕਾਨੂੰਨ ਨਹੀਂ ਬਣਨਾ ਚਾਹੀਦਾ ਜਦੋਂ ਤਾਈਂ ਕਿਸਾਨਾਂ ਦੀ ਤੇ ਸੂਬੇ ਦੀ ਸਰਕਾਰ ਦੀ ਉਹਦੇ ਵਿੱਚ ਸਹਿਮਤੀ ਨਾ ਹੋ। ਮੈਨੂੰ ਨਹੀਂ ਪਤਾ ਸੀ ਕਿ ਸੂਬੇ ਦੀ ਸਰਕਾਰ ਸਹਿਮਤੀ ਦੇ ਚੁੱਕੀ ਹੈ। ਬਾਰ-ਬਾਰ ਮੈਨੂੰ ਆਸ਼ਵਾਸਨ ਦਿਵਾਇਆ ਗਿਆ ਕਿ ਪਾਰਲੀਮੈਂਟ ਵਿੱਚ ਆਉਣ ਤੋਂ ਪਹਿਲੇ ਕਿਸਾਨਾਂ ਦੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਜਾਣਗੇ। ਲਗਾਤਾਰ ਕਿਸਾਨਾਂ ਦੀ ਮੁਲਾਕਾਤ ਐਗਰੀਕਲਚਰ ਮਿਨਿਸਟਰੀ ਤੋਮਰ ਸਾਹਿਬ ਦੇ ਨਾਲ ਵੀਡੀਓ ਕਾਨਫਰੰਸਿੰਗ, ਅੱਗੇ ਪਿੱਛੇ ਕੋਸ਼ਿਸ਼ ਸਾਡੀ ਆਹੀ ਰਹੀ ਕਿ ਪੰਜਾਬ ਜਿਸ ਹਾਲਾਤ ਵਿੱਚ ਅੱਜ ਪਹੁੰਚ ਗਏ, ਇਸ ਹਾਲਾਤ ਨੂੰ ਨਾ ਬਣਾਇਆ ਜਾਏ। ਲੇਕਿਨ ਸੂਬੇ ਦੀ ਸਰਕਾਰ ਨੇ ਜਿਹੜਾ ਫਰਜ਼ ਉਹਨਾਂ ਦਾ ਬਣਦਾ ਸੀ, ਇਹ ਸ਼੍ਰੋਮਣੀ ਅਕਾਲੀ ਦਲ ਤਾਂ ਮੈਂ ਆਪਣੇ ਲੈਵਲ 'ਚ ਕਰ ਰਹੀ ਸੀ, ਲੇਕਿਨ ਕਾਂਗਰਸ ਸਰਕਾਰ ਤੁਸੀਂ ਦੇਖੋ ਇੱਕ ਵਾਰੀ ਦਿੱਲੀ ਜਾ ਕੇ ਇਹਦੇ ਵੱਲ ਕੋਈ ਉਹਨਾਂ ਨੇ ਕਦਮ ਨਹੀਂ ਚੱਕਿਆ। ਬਲਕਿ ਮੈਂ ਆਹ ਕਹਿ ਸਕਦੀ ਹਾਂ ਕਿ ਜਿਸ ਕਿਸਾਨੀ ਸੰਘਰਸ਼ ਨੂੰ ਬਲ ਦੇਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਹਰ ਫਰਜ਼ ਅਦਾ ਕੀਤਾ। ਅਸੀਂ ਆਪਣਾ ਗਠਬੰਧਨ ਛੱਡਿਆ, ਅਸੀਂ ਆਪਣੀ ਕੁਰਸੀ ਠੁਕਰਾਤੀ, ਲੇਕਿਨ ਕਿਸਾਨਾਂ ਦੇ ਨਾਲ ਖੜ ਕੇ ਅਸੀਂ ਸਾਬਿਤ ਕਰਤਾ ਕਿ ਇਸ ਲੜਾਈ ਵਿੱਚ ਅਸੀਂ ਤੁਹਾਡੇ ਨਾਲ ਆ। ਪਹਿਲੇ ਤੁਹਾਡੇ ਹੱਕ ਵਿੱਚ ਉਹ ਸਰਕਾਰ ਵਿੱਚ ਬਹਿ ਕੇ ਤੁਹਾਡੇ ਹੱਕ ਦੀ ਲੜਾਈ ਲੜਨ ਦੀ ਕੋਸ਼ਿਸ਼ ਕੀਤੀ, ਲੇਕਿਨ ਹੱਕ ਜਦ ਨਹੀਂ ਮਿਲਦਾ ਹੋਇਆ ਦਿਖਿਆ ਤੇ ਫਿਰ ਉਹਨਾਂ ਨੂੰ ਹੀ ਠੁਕਰਾ ਕੇ ਤੁਹਾਡੇ ਨਾਲ ਆ ਕੇ ਖੜ ਗਏ। ਅਫਸੋਸ ਇਸ ਗੱਲ ਦਾ ਕਿ ਜਿਸ ਸਰਕਾਰ ਦੀ ਜ਼ਿੰਮੇਵਾਰੀ ਸੀ, ਪਹਿਲਾ ਡਰਾਮਾ ਵਿਧਾਨ ਸਭਾ 'ਚ ਰਚਿਆ, ਜਦ ਉਹਨਾਂ ਨੇ ਵਿਧਾਨ ਸਭਾ 'ਚ ਆਰਡੀਨੈਂਸ ਦੇ ਖਿਲਾਫ ਮਤਾ ਪਾਸ ਕੀਤਾ, ਲੇਕਿਨ ਦਿੱਲੀ ਤਾਈਂ ਉਸ ਮਤੇ ਨੂੰ ਪਹੁੰਚਾਉਣ ਦੀ ਖੇਚਲ ਨਹੀਂ ਕੀਤੀ। ਜੇ ਕੀਤੀ ਹੁੰਦੀ ਸ਼ਾਇਦ ਪਾਰਲੀਮੈਂਟ 'ਚ ਆਰਡੀਨੈਂਸ ਆ ਕੇ ਇੱਕ ਐਕਟ ਨਹੀਂ ਬਣਦਾ। ਦੂਜਾ ਡਰਾਮਾ, ਜਿਹੜੇ ਉਹਨਾਂ ਦੇ ਐਮਪੀਆਂ ਨੇ ਜਦ ਵੋਟਿੰਗ ਦਾ ਸਮੇਂ ਆਇਆ, ਭਾਵੇਂ ਉੱਥੇ ਬਟਨ ਵਾਲੀ ਵੋਟਿੰਗ ਨਹੀਂ ਸੀ, ਲੇਕਿਨ ਆਵਾਜ਼ ਵਾਲੀ ਵੋਟਿੰਗ ਹੁੰਦੀ ਹੈ, ਕੋਈ ਬਿੱਲ ਵੋਟਿੰਗ ਤੋਂ ਬਿਨਾਂ ਪਾਸ ਨਹੀਂ ਹੁੰਦਾ, ਲੇਕਿਨ ਵੋਟਿੰਗ ਦੇ ਸਮੇਂ ਆਮ ਆਦਮੀ ਤੇ ਕਾਂਗਰਸ ਪਾਰਟੀ ਵਾਕਆਊਟ ਕਰਕੇ ਇੱਕ ਤਰ੍ਹਾਂ ਦੇ ਨਾਲ ਸਹਿਮਤੀ ਜਤਾਈ ਤੇ ਮਦਦ ਕੀਤੀ ਭਾਜਪਾ ਸਰਕਾਰ ਦੀ। ਕਿਸਾਨ ਵਿਰੋਧ ਦੀ ਤਪਦੀ ਅੱਗ ਦਾ ਸੇਕ ਨਾ ਝੱਲਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਹੋਰਾਂ ਪਾਰਟੀਆਂ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਨੇ। ਇਸੇ ਹੀ ਕੜੀ ਦਾ ਇੱਕ ਹਿੱਸਾ ਲਗਭਗ 2 ਦਹਾਕਿਆਂ ਤੋਂ ਬੀਜੇਪੀ ਦੀ ਬਠਿੰਡਾ ਸ਼ਹਿਰ ਵਿੱਚ ਸਰਗਰਮ ਆਗੂ ਅੰਜਨਾ ਰਾਣੀ ਨੇ
ਪਾਰਟੀ ਤੋਂ ਕਿਉਂ ਦਿੱਤਾ ਅਸਤੀਫਾ, ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। जो इस्तीफ़ा दिया सर, जो आज मैंने फैसला लिया सर, जो पूरा मेरा मोहल्ला मेरा वार्ड ने जो मुझे सेवा दी है उन्होंने हुक्म दिया था, मैं अपने वार्ड के साथ पूरे ज़ोरों शोरों से आज अकाली दल ज्वाइन की है। और सर बीजेपी में मुझे कभी भी मान सम्मान नहीं मिला। इतने 10 सालों से सर वार्ड की मौजूदा एमसी भी रही हूँ और कली लाइनों पार से हमेशा हर बार जीतते हैं। और वाल्मीकि समाज से और अकेली पूरी पार्टी के अंदर एक वाल्मीकि समाज से थी सर। कभी मुझे एक मान सम्मान की तरफ से, और जो दलितों के साथ अत्याचार हो रहा है, और जो सर किसानों को देखते हुए, किसानों के साथ जो अपने में बहन भाई बेचारे किसानों पे छोटे छोटे बच्चे अपने लेकर लाइनों पर बैठे हैं, उन चीज़ों को देखते हुए नहीं मैं बर्दाश्त कर सकी, इसलिए मुझे पार्टी को इस्तीफ़ा देना पड़ा। और आज जो अकाली दल ज्वाइन की है वो पूरा वार्ड का जो हुक्म था, पूरे वार्ड वालों ने जो मुझे उन्होंने सेवा दी है सर, और सेवा करती आ रही हूँ हमेशा उनकी, और उन्हीं के हुक्मों को देखते हुए उसको करते हुए सर आज मैंने अकाली दल ज्वाइन की। और हमारे बीबा जी सर, देखो बीबा जी ने भी इतने बड़े पार्लियामेंट में जो इतने वहाँ बैठे थे, उसको बीबा जी हमारे इतने बड़ी अपनी बहन मानती हूँ मैं उनको। और सर उन्होंने इस चीज़ को हमारे लिए लड़ाइयाँ लड़ते हैं, हर एक काम में आगे, बड़ी मुहिम हर एक काम में आगे रहते हैं। उस चीज़ को सर देखते हुए उन्होंने जब इस्तीफ़ा दे दिया तो सर हमारी भी ताकत जो हमारी भी ढिल्ली होगी, और इसलिए मैं उस चीज़ को देखते हुए इस्तीफ़ा मैंने पार्टी को दिया। मैं लेट क्यों हुआ इस्तीफा ਤੁਹਾਡਾ? ਉਹਨਾਂ ਨੇ ਤਾਂ ਬਹੁਤ ਪਹਿਲਾਂ ਦਿੱਤਾ ਸੀਗਾ। नहीं उन्होंने तो सर इस्तीफ़ा देता सी, पर पार्टी जो मैं बहुत बारी मीटिंगां की गल्लां करके देखी सर, पर मैं ਜਿਹੜੀ ਚੀਜ਼ ਮੰਗਦੀ ਸੀ ਵੀ ਮੈਨੂੰ ਮਾਨ ਸਨਮਾਨ ਦਿੱਤਾ ਜਾਵੇ ਸਰ, ਅੱਗੇ ਉਹਦਾ ਦੀ ਕਿਹਾ ਸੀ ਉਹਨਾਂ ਨੂੰ, ਪਰ ਉਹ ਗੱਲਾਂ ਕਈ ਨਹੀਂ ਉਹਨਾਂ ਨੇ ਉਹ ਕੀਤੀ। ਕਿਸ ਚੀਜ਼ ਦਾ ਉਹਦਾ ਮੰਗ ਰਹੇ ਸੀ ਤੁਸੀਂ? ਉਹਦਾ ਸਰ ਵੈਸੇ ਤਾਂ पंजाब सेक्रेटरी ऐसी मोर्चा से थी, ऐसी वो मोर्चा से, पर आगे हमने कहा था जी बड़ा ओहदा और दिया जाए। कितने परिवार ਤੁਹਾਡੇ ਨਾਲ ज्वाइनिंग होए जी? 40-50 परिवार कम से कम जी, सभी परिवार को लेकर मैं आज अकाली दल ज्वाइन की। मैम आपने बोला कि आपको ओहदा कोई नहीं मिला बीजेपी में, ये ओहदा आपको अकाली दल में भी ना मिला, क्या कोई भरोसा दिया है उन्होंने आपको? सर वैसे तो विश्वास दिलाया, बाकी देखते हैं चलो। ऐसे तो विश्वास बीजेपी ने भी दिलाया होगा पहले। हाँ जी हाँ। ਅੱਛਾ, ਸੁਖਬੀਰ ਸਿੰਘ ਬਾਦਲ ਵੱਲੋਂ ਹੈ ਨਾ ਜੋ ਗੱਠਜੋੜ ਤੋੜਿਆ ਗਿਆ ਸੀਗਾ ਬੀਜੇਪੀ ਦੇ ਨਾਲ, ਉਹਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ? ਠੀਕ ਕੀਤਾ ਸੀ ਉਹਨਾਂ ਨੇ? ਸਰ ਉਹ ਵਿਚਾਰੇ ਦਲਿਤਾਂ ਨਾਲ ਤੇ ਕਿਸਾਨਾਂ ਨਾਲ ਲੜਾਈ ਲੜਦੇ ਸੀ, ਜਿਹੜੀ ਲੜਦੇ ਹੋਏ ਉਹ ਚੀਜ਼ਾਂ ਨੂੰ ਦੇਖਦੇ ਹੋਏ ਸਰ ਉਹ ਕਰ ਰਹੇ ਸੀਗੇ ਵਿਚਾਰੇ। ਫੈਸਲਾ ਕਿਵੇਂ ਲੱਗਿਆ ਤੁਹਾਨੂੰ? ਠੀਕ ਸੀ ਇਹ? ਨਹੀਂ ਸਰ, ਉਹ ਜੋ ਉਹਨਾਂ ਨੇ ਫੈਸਲਾ ਕੀਤਾ ਠੀਕ ਹੈ ਜੀ। ਰੇਡੀਓ ਪੰਜਾਬ ਟੂਡੇ ਦੇ ਲਈ ਬਠਿੰਡਾ ਤੋਂ ਕੈਮਰਾਮੈਨ ਲਵਦੀਪ ਦੇ ਨਾਲ ਹਰਜਿੰਦਰ ਸਿੰਘ ਢਿੱਲੋਂ ਤੇ ਗੋਬਿੰਦਰ ਸਿੰਘ ਜੰਗੀਆਣਾ ਦੀ ਰਿਪੋਰਟ।